ਤੁਹਾਡਾ ਵੋਟ ਤੁਹਾਡੀ ਤਾਕਤ। ਵੋਟ ਜ਼ਰੂਰ ਕਰੋ। ਚੋਣਾਂ ਨਾਲ ਜੁੜੀ ਹਰ ਖਬਰ ਡਾਊਨਲੋਡ ਕਰੋ ਤੱਕ ਐਪ। ਜਦੋਂ ਇੱਕ ਜ਼ਮਾਨਾ ਸੀ ਇਹ ਕਹਿੰਦੇ ਸੀ ਕਿ ਭਾਜਪਾ ਮੇਰੀ ਮਾਂ ਹੈ, ਔਰ ਜਿਸ ਦਿਨ ਕਾਂਗਰਸ 'ਚ ਗਏ ਕਹਿੰਦਾ ਮੈਂ ਬੌਨ ਕਾਂਗਰਸਮੈਨ। ਭਾਈ ਸਮਝਾਤਾ ਦੇ, ਮਾਂ ਭਾਜਪਾ ਕਹਿਤੀ ਤੇ ਕਹਿੰਦਾ ਮੈਂ ਬੌਨ ਕਾਂਗਰਸਮੈਨ। ਮਗਰ ਸਿੱਧੂ ਸਾਹਿਬ ਨੂੰ ਤਾਂ ਉਹ ਗੱਲ ਕਿਤੇ ਸਮਝ ਨਹੀਂ ਆ ਰਹੀ, ਜਾਂ ਕਿਸੇ ਨੇ ਸਮਝਾਈ ਨਹੀਂ। ਹਰੇਕ ਨਾਲ ਤੂੰ ਜਦੋਂ ਤੂੰ ਮੁੱਕਦੀ ਹੈ ਤੇ ਮੈਂ ਇੰਨੀ ਤੇ ਮੈਂ ਬੱਕਰੀ ਦੀ ਆਵਾਜ਼ ਨਹੀਂ ਸੁਣੀ ਜਿੰਨੀ ਮੈਨੂੰ ਇਹਦੀ ਸੁਣਨੀ ਪੈ ਜਾਂਦੀ। ਝੂਠ ਤੋਂ ਸਿਵਾਏ ਕੁਛ ਨਹੀਂ। ਮੈਨੂੰ ਲੱਗਦਾ ਤੁਸੀਂ ਤਾਂ ਕੀ ਉਹਨੂੰ ਜਲੇਬੀ ਵਾਂਗੂ ਇਕੱਠਾ ਕਰਨਾ। ਲੋਕਾਂ ਨੇ 20 ਤਰੀਕ ਨੂੰ ਵੋਟਾਂ ਪਾ ਤੁਹਾਨੂੰ ਜ਼ਰੂਰ ਜਲੇਬੀ ਵਾਂਗੂ ਇਕੱਠਾ ਕਰ ਦੇਣਾ। ਹਾਲਾਤ ਤੇ ਬਣਦੇ ਜਾਂਦੇ। ਪੀਪਲ ਹੈਵ ਰਿਜ਼ਨ ਅਬਵ ਪਾਰਟੀ ਲਾਈਨਸ। ਹੁਣ ਗੱਲ ਕਿਸੇ ਪਾਰਟੀ ਦੀ ਨਹੀਂ। ਜਿਹੜੇ ਮੈਨੂੰ ਅਸ਼ੀਰਵਾਦ ਦੇ ਰਹੇ ਆ, ਮੈਂ ਇੱਥੇ ਵੀ ਵੇਖ ਰਿਹਾ ਸੀਗਾ ਕਪੂਰ ਸਾਹਿਬ ਦਾ ਆਪਣਾ ਪਰਿਵਾਰ ਹੋ ਗਿਆ, ਜਾਂ ਕੁੱਕੂ ਜੀ ਖਲੋਤੇ ਆ, ਜਾਂ ਹੋਰ ਸੱਜਣ ਖਲੋਤੇ ਆ, ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਕਾਂਗਰਸ ਨੂੰ ਸਪੋਰਟ ਦਿੱਤੀ ਹੈ। ਮਗਰ ਅੱਜ ਹਾਲਾਤ ਇਹ ਬਣੇ ਆ, ਵੈਦਰ ਇਟ ਇਜ਼ ਅ ਕਾਂਗਰਸਮੈਨ, ਵੈਦਰ ਇਟ ਇਜ਼ ਸਮਬਡੀ ਫਰੋਮ ਬੀਜੇਪੀ, ਚਾਹੇ ਕੋਈ ਆਪ ਦਾ ਹੈ, ਚਾਹੇ ਕੋਈ ਕੈਪਟਨ ਸਾਹਿਬ ਦੀ ਪਾਰਟੀ ਦਾ ਹੈ, ਚਾਹੇ ਕੋਈ ਕਾਮਰੇਡ ਹੈ, ਪਾਰਟੀ ਪੱਧਰਾਂ ਤੋਂ ਉੱਤੇ ਉੱਠ ਕੇ everybody wants to bring a change and they see a hope। ਇੱਕ ਆਸ ਦੀ ਕਿਰਨ ਲੋਕਾਂ ਨੂੰ ਉੱਠੀ ਹੈ ਕਿ ਸ਼ਾਇਦ ਮਜੀਠੀਆ will do the same delivery। ਉਸ ਪੱਧਰ ਦੀ ਡਿਵੈਲਪਮੈਂਟ ਆਊਗੀ ਜੋ ਮਜੀਠੇ ਆਈ ਹੈ। ਤੁਸੀਂ ਫਰਕ ਵੇਖ ਲਓ ਸਾਡੇ ਦੋਵਾਂ 'ਚ। ਮੈਂ ਕਦੇ ਕਿਸੇ ਨੂੰ ਕਿਰਦਾਰ ਦੇ ਪਾਠ ਨਹੀਂ ਪੜਾਉਂਦਾ। ਸਿੱਧੂ ਸਾਹਿਬ ਸਾਰਾ ਦਿਨ ਲੋਕਾਂ ਨੂੰ ਕਿਰਦਾਰ ਦੇ ਪਾਠ ਪੜਾਉਂਦੇ ਆ, ਤੇ ਉਹਨਾਂ ਦਾ ਆਪ ਦਾ ਕਿਰਦਾਰ ਸਭ ਤੋਂ ਢਿੱਲਾ, ਆਪ ਦਾ ਕਰੈਕਟਰ ਸਭ ਤੋਂ ਢਿੱਲਾ। ਮੈਂ ਉਦਾਹਰਨ ਦੇ ਤੌਰ ਤੇ ਦੇ ਦਿੰਦਾ। ਇੱਕ ਵਾਰੀ ਜਿਸ ਥਾਲੀ 'ਚ ਰਲ ਮਿਲ ਕੇ ਖਾ ਲਓ ਨਾ, ਪੰਜਾਬ ਦੀ ਸੱਭਿਅਤਾ ਕੀ ਆ, ਉਹ ਥਾਲੀ ਤੇ ਛੇਦ ਨਹੀਂ ਕਰੀਦਾ ਹੁੰਦਾ। ਇੱਕ ਵਾਰੀ ਜਿਹਨੂੰ ਪਾਪਾ ਕਹਿ ਲਓ ਜਾਂ ਬਾਪੂ ਕਹਿ ਲੋ, ਰੋਜ਼ ਭਾਪੇ ਨਹੀਂ ਬਦਲੀਦੇ ਹੁੰਦੇ। ਸਿੱਧੂ ਸਾਹਿਬ ਨੇ ਤਾਂ ਨਾ ਭਾਪੇ ਬਦਲਣ ਦੀ ਕੋਈ ਕਸਰ ਛੱਡੀ ਹੈ। ਪਹਿਲਾਂ ਵਾਜਪਾਈ ਸਾਹਿਬ, ਫਿਰ ਜੇਟਲੀ ਸਾਹਿਬ, ਫਿਰ ਅਡਵਾਨੀ ਸਾਹਿਬ, ਫਿਰ ਬਾਦਲ ਸਾਹਿਬ, ਤੇ ਵੇਖਿਆ ਹੁਣ ਸਮਾਂ ਬਦਲ ਰਿਹਾ, ਤਬਦੀਲ ਹੋ ਰਿਹਾ। ਉਦੋਂ ਕੈਪਟਨ ਸਾਹਿਬ, ਔਰ ਮੈਨੂੰ ਲੱਗਦਾ ਹੁਣ ਸਮਾਂ ਫੇਰ ਤਬਦੀਲੀ ਵੱਲ ਤੁਰਿਆ ਜਾਂਦਾ। ਕਰਵਟ ਹੋ ਗਈ ਹੈ ਕਿ ਕੈਪਟਨ ਸਾਹਿਬ ਨੂੰ ਵੀ ਉਹ ਭਾਪੇ ਦੀ ਕੁਰਸੀ ਤੋਂ ਇਹਨਾਂ ਨੇ ਲਾ ਲਿਆ। ਦਿਨ ਦੂਰ ਨਹੀਂ ਜਦੋਂ ਇੱਕ ਜ਼ਮਾਨਾ ਸੀ ਇਹ ਕਹਿੰਦੇ ਸੀ ਕਿ ਭਾਜਪਾ ਮੇਰੀ ਮਾਂ ਹੈ, ਔਰ ਜਿਸ ਦਿਨ ਕਾਂਗਰਸ 'ਚ ਗਏ ਕਹਿੰਦਾ ਮੈਂ ਬੌਨ ਕਾਂਗਰਸਮੈਨ। ਭਾਈ ਸਮਝਾਤਾ ਦੇ, ਮਾਂ ਭਾਜਪਾ ਕਹਿਤੀ ਤੇ ਕਹਿੰਦਾ ਮੈਂ ਬੌਨ ਕਾਂਗਰਸਮੈਨ। ਇਸ ਲਈ ਮੇਰੇ ਵੀਰੋ, ਇਹ ਜਿਹਾ ਬੰਦਾ ਤੁਹਾਨੂੰ ਕਰੈਕਟਰ ਦੇ ਜਦ ਸਰਟੀਫਿਕੇਟ ਦੇਵੇ, ਪਾਠ ਪੜਾਵੇ, it's again the biggest lies of them all। ਸਭ ਤੋਂ ਵੱਡਾ ਝੂਠ ਹੈ, ਡਾਇਕੋਟਮੀ ਹੈ ਸਿਚੁਏਸ਼ਨ ਦੀ। ਔਰ ਇਹ ਹਾਲਾਤ ਬਣੇ ਇਸ ਹਲਕੇ ਦੇ ਵੀ ਝੂਠ ਤੋਂ ਸਿਵਾਏ ਕੁਛ ਨਹੀਂ। ਜਿਸ ਬੰਦੇ ਕੋਲੋਂ ਸੜਕਾਂ ਨਹੀਂ ਬਣਾਈਆਂ ਗਈਆਂ, ਲੋਕ ਪਿੰਡ ਛੱਡ ਕੇ ਸ਼ਹਿਰਾਂ ਨੂੰ ਭੱਜਦੇ ਨੇ ਕਿ ਸ਼ਹਿਰ ਦੇ ਹਾਲਾਤ ਪਿੰਡਾਂ ਨਾਲੋਂ ਬੈਟਰ ਨੇ। ਮਗਰ ਮੈਂ ਤੁਹਾਨੂੰ ਗੁੱਸਾ ਨਾ ਕਰ ਦਿਓ, ਤੁਹਾਡੇ ਹਲਕੇ ਦੇ ਹਾਲਾਤ ਕਈ ਪਿੰਡੂ ਹਲਕਿਆਂ ਨਾਲੋਂ ਵੀ ਮਾੜੇ ਹੋਏ ਖੜੇ ਇਹ ਹਾਲਾਤ ਨੇ। ਐਡਾ ਕੂੜ ਦਾ ਢੇਰ, ਸੜਕਾਂ ਦਾ ਬੁਰਾ ਹਾਲ, ਕਈ ਵਾਰੀ ਟੂਟੀ ਖੋਲੋ ਤੇ ਵਿੱਚੇ ਸੀਵਰੇਜ ਦਾ ਪਾਣੀ ਆ ਜਾਂਦਾ, ਬਿਜਲੀ ਦੀਆਂ ਲਾਈਨਾਂ ਦਾ ਬੁਰੇ ਹਾਲ। ਮਤਲਬ ਮੈਨੂੰ ਨਹੀਂ ਸਮਝ ਆਈ ਕਿ ਸਿੱਧੂ ਸਾਹਿਬ ਕੰਮ ਕੀ ਕੀਤਾ। ਐਕਸੈਪਟ ਇੱਕ ਕੰਮ ਤੇ ਉਹਨਾਂ ਨੇ ਬੜਾ ਜ਼ੋਰ ਦਿੱਤਾ, ਠੋਕੋ ਤਾਲੀ ਤੇ। ਜਿੱਥੇ ਗਏ ਕੰਮ ਕੋਈ ਕੀਤਾ ਨਹੀਂ, ਮਗਰ ਠੋਕੋ ਤਾਲੀ। ਇੱਥੇ ਫਾਰਮ ਭਰਾਏ ਸੀ ਘਰ ਨੌਕਰੀ ਦੇ। ਉਹਨਾਂ ਦਾ ਹਲਕਾ ਬਈ 15 ਸਾਲ, ਔਰ ਬੜੀ ਉਹਨਾਂ 'ਚ ਮੈਂ ਸਮਝਦਾ ਉਹਨਾਂ ਦੀ ਕਾਰਗੁਜ਼ਾਰੀ ਐਡੀ ਜ਼ਬਰਦਸਤ ਹੈ। ਉਹ ਪਹਿਲਾਂ ਹੀ ਬੁੱਝ ਲੈਂਦੇ ਆ ਕਿ ਸਰਕਾਰ ਕਿਹਦੀ ਆ ਰਹੀ ਹੈ। ਪਹਿਲਾਂ ਅਕਾਲੀ ਦਲ 'ਚ, ਭਾਜਪਾ 'ਚ, ਔਰ ਜਦੋਂ ਲੱਗਿਆ ਕੈਪਟਨ ਸਾਹਿਬ ਦਾ ਝੰਡਾ ਬੁਲੰਦ ਹੋ ਰਿਹਾ ਸੀ, ਉਹਨਾਂ ਨੂੰ ਪਾਪਾ ਕਹਿਤਾ, ਤੇ ਕਾਂਗਰਸ 'ਚ ਤੇ ਅੱਜ ਹਾਲਾਤ ਕੀ ਬਣ ਗਏ। ਦ ਫਸਟ ਟਾਈਮ ਮੈਂ ਸਮਝਦਾ ਹਾਲਾਤ ਇਹ ਬਣੇ ਆ ਕਿ ਮਤਲਬ ਰੱਬ ਦੇ ਘਰ 'ਚ
ਦੇਰ ਹੈ ਅੰਧੇਰ ਨਹੀਂ ਹੈ। ਅੱਜ ਪਹਿਲੀ ਵਾਰੀ ਹੋਇਆ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੋਵੇ, ਇਲੈਕਸ਼ਨ ਉਹਦੀ ਪ੍ਰਧਾਨਗੀ ਹੇਠ ਲੜੀ ਜਾਂਦੀ ਹੈ। ਹੀ ਇਜ਼ ਦਾ ਚੀਫ ਮਿਨਿਸਟਰ। ਇਸ ਤੁਸੀਂ 17 ਵੇਖ ਲਓ, ਤੁਸੀਂ 12 ਵੇਖ ਲਓ, 7 ਵੇਖ ਲਓ, 2 ਵੇਖ ਲਓ। ਇਟ ਇਜ਼ ਦਾ ਫਰਸਟ ਟਾਈਮ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਹੇਠ ਇਲੈਕਸ਼ਨ ਨਹੀਂ ਲੜੀ ਜਾ ਰਹੀ। ਕਿਉਂ? ਕਿਉਂਕਿ ਜਿਹੜੀ ਨਫ਼ਰਤ ਦੀ ਬੀਜ ਬੋਤੇ ਹੈ ਨਾ, ਜਿਹੜੇ ਸਿਰਫ ਘਮੰਡ ਤੇ ਅਹੰਕਾਰ ਤੱਕ ਸੀਮਿਤ ਰਹਿ ਗਏ ਆ। ਸ਼ਬਦਾਵਲੀ ਮੈਨੂੰ ਲੱਗਦਾ ਨਿਆਣਾ ਕਿਸੇ ਦੇ ਘਰ ਜੰਮਦਾ ਹੈ, ਬੱਚੇ ਨੂੰ ਇਹੀ ਸਿਖਾਈਦਾ ਕਿ ਬੇਟੇ ਬਜ਼ੁਰਗਾਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ। ਮਗਰ ਸਿੱਧੂ ਸਾਹਿਬ ਨੂੰ ਤਾਂ ਉਹ ਗੱਲ ਕਿਤੇ ਸਮਝ ਨਹੀਂ ਆ ਰਹੀ, ਜਾਂ ਕਿਸੇ ਨੇ ਸਮਝਾਈ ਨਹੀਂ। ਹਰੇਕ ਨਾਲ ਤੂੰ ਜਦੋਂ ਤੂੰ ਮੁੱਕਦੀ ਹੈ ਤੇ ਮੈਂ ਇੰਨੀ ਤੇ ਮੈਂ ਬੱਕਰੀ ਦੀ ਆਵਾਜ਼ ਨਹੀਂ ਸੁਣੀ ਜਿੰਨੀ ਮੈਨੂੰ ਇਹਦੀ ਸੁਣਨੀ ਪੈ ਜਾਂਦੀ। ਔਰ ਇਹ ਗੱਲ ਦੱਸਣੀ ਕਿ ਮੈਂ ਨਵਜੋਤ ਸਿੰਘ ਸਿੱਧੂ ਭਗਵੰਤ ਸਿੰਘ ਦਾ ਮੁੰਡਾ, ਭਾਈ ਇੱਕ ਵਾਰੀ ਦੱਸ ਦੇ, ਇਹ 100 ਵਾਰੀ ਦੱਸਣ ਦਾ ਕੀ ਚੱਕਰ ਪੈਂਦਾ? ਕਿਤੇ ਨਾ ਬੰਦੇ ਦੇ ਇਹ ਮਹਿਸੂਸ ਹੁੰਦਾ ਕਿ ਕੋਈ ਨਾ ਕੋਈ ਸਿਸਟਮ ਜਿਹਾ ਹਿੱਲ ਗਿਆ। ਮੈਂ ਨੱਟ ਤਾਂ ਨਹੀਂ ਕਹੂੰਗਾ, ਕਿਉਂਕਿ ਹੁਣੇ ਇਹਨਾਂ ਦੇ ਅਖਬਾਰ ਵਾਲਿਆਂ ਨੇ ਲਿਖ ਦੇਣਾ, ਲਓ ਜੀ ਮਜੀਠੀਏ ਨੇ ਕਿਹਾ ਸਿੱਧੂ ਦਾ ਦਿਮਾਗੀ ਸੰਤੁਲਨ ਹਿਲਿਆ। ਮੈਂ ਨਹੀਂ ਆਖਿਆ ਭਾਈ, ਮੈਂ ਤਾਂ ਹਿਸਾਬ ਹੀ ਲਾਉਣਾ। ਉਧਰ ਵੀ ਪਤਾ ਨਹੀਂ ਕੀ ਕਰੀ ਗਿਆ ਸੀ। ਇੱਕ ਦਿਨ ਸਟੇਜ ਤੇ ਐਂ ਕਰਦਾ ਸੀ, ਐਂ ਤੇ ਢੀਂਗਰੇ ਵੱਲ ਨੂੰ ਬਰੂਦ ਸਿੱਟਦਾ ਸੀ ਐਂ। ਮੈਂ ਉਹ ਢੀਂਗਰੇ ਦਾ ਵਿਚਾਰੇ ਦਾ ਮੈਂ ਉਹਨੂੰ ਫੋਨ ਹੀ ਕਰ ਲਿਆ, ਭਾਵੇਂ ਹੈ ਤਾਂ ਕਾਂਗਰਸੀ। ਮੈਂ ਢੀਂਗਰਾ ਸਾਹਿਬ, ਜੋਗਿੰਦਰਪਾਲ ਢੀਂਗਰਾ ਜੀ, ਤੁਹਾਡਾ ਤਾਂ ਪਹਿਲਾਂ ਕੁਛ ਨਹੀਂ ਬਣ ਰਿਹਾ, ਜਿੰਨਾ ਬਰੂਦ ਹੈ ਤੁਹਾਡੇ ਵੱਲੋਂ ਸਿੱਟੀ ਆਉਂਦਾ, ਵੇਖਿਓ ਕਿਤੇ ਹੋਰ ਕੰਮ ਨਾ ਕਰ ਦੇਵੇ ਤੁਹਾਡਾ। ਮੇਰੇ ਵੀਰੋ, ਕੀ ਹਾਲਾਤ ਨੇ। ਕੰਮ ਚੰਗੇ ਕੀਤੇ ਹੁੰਦੇ ਹੱਥਾਂ ਤੇ ਲੋਕਾਂ ਨੇ ਬਿਠਾ ਲੈਣਾ ਸੀ ਤੁਹਾਨੂੰ, ਦੁਨੀਆ ਨੇ ਆਸ਼-ਆਸ਼ ਕਰ ਉੱਠਣਾ ਸੀ ਜੇ ਇਸ ਰਸਤੇ ਤੋਂ ਨਿਕਲਦੇ। ਅੱਜ ਹਾਲਾਤ ਇਹ ਨੇ, ਜਿਹੜਾ ਸਿੱਧੂ ਪ੍ਰਚਾਰ ਲੋਕਾਂ ਲਈ ਕਰਦਾ ਸੀ, ਅੱਜ ਲੋਕ ਇਹਦੇ ਪ੍ਰਚਾਰ 'ਚ ਆ ਰਹੇ ਤੇ ਇਹਨੂੰ ਕਰੈਕਟਰ ਸਰਟੀਫਿਕੇਟ ਦੇ ਰਹੇ ਕਿ ਇੱਕ ਮੌਕਾ ਦੇ ਦੇ। ਜਿਹੜਾ ਪੰਜਾਬ ਫਿਰਦਾ ਸੀ, ਤੁਹਾਡੀ ਮਿਹਰਬਾਨੀ ਸਦਕੇ ਹੁਣ ਗਲੀ ਗਲੀ ਫਿਰਨ ਲਾਤਾ ਆਪਾਂ। ਔਰ ਮੈਂ ਇਹ ਗੱਲ ਪਹਿਲੇ ਦਿਨ ਕਹੀ ਸੀ ਕਿ ਜਿਹੜਾ ਸਿੱਧੂ ਨੂੰ ਹੱਸਣਾ ਭੁੱਲਿਆ ਨਾ, ਇਲੈਕਸ਼ਨ ਵੀ ਗੁਰੂ ਦੀ ਬਖਸ਼ਿਸ਼ ਨਾਲ ਤੁਹਾਡੇ ਪਿਆਰ ਸਦਕੇ ਜਿੱਤਾਂਗੇ, ਲੋਕਾਂ ਦੇ ਦਿਲ ਵੀ ਜਿੱਤਾਂਗੇ ਤੇ ਸਿੱਧੂ ਨੂੰ ਮੁੜ ਕੇ ਹੱਸਣਾ ਵੀ ਸਿਖਾਵਾਂਗੇ। ਮੈਂ ਅਖੀਰਲੀ ਗੱਲ ਕਹਿ ਕੇ ਆਪ ਦੀ ਸਮਾਪਤ ਕਰਾਂਗਾ। ਮੈਂ ਨਫ਼ਰਤ ਦੀ ਗੱਲ ਕਰਦਾ। ਵੇਖੋ, ਕੱਲ ਦੀ ਸਟੇਜ ਲੱਗੀ, ਬ੍ਰਾਹਮਣ ਭਾਈਚਾਰਾ ਬੜਾ ਸਤਿਕਾਰਯੋਗ ਭਾਈਚਾਰਾ। ਜੋਸ਼ੀ ਜੀ ਬਾਰੇ ਜੋ ਅਪਸ਼ਬਦ ਵਰਤੇ ਕਿ 56 ਸਾਲ ਨੀਅਰਿੰਗ 60, ਕਿਸੇ ਸਿਆਸਤਦਾਨ ਨੂੰ ਇਹ ਗੱਲਾਂ ਸ਼ੋਭਦੀਆਂ ਨੇ that you start targeting communities, ਕਿਸੇ ਧਰਮ ਨੂੰ। ਇਹ ਬਕਲਾਹਟ ਦੇ ਨਤੀਜੇ ਨੇ, ਇਹ ਅਹੰਕਾਰ ਦੇ ਨਤੀਜੇ ਨੇ। ਔਰ ਇਹੀ ਕਾਰਨ ਬਣਿਆ ਕਿ ਸੁਨੀਲ ਕੁਮਾਰ ਜਾਖੜ ਨੇ ਇਹ ਗੱਲ ਕਹੀ that I am quitting active politics, ਮੈਂ ਇਲੈਕਟੋਰਲ ਪੋਲਿਟਿਕਸ ਛੱਡ ਰਿਹਾ, ਕਿਉਂਕਿ ਜਦ ਮੈਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਲੱਗੇ ਸਨ, 42 ਐਮਐਲਏ ਮੇਰੇ ਨਾਲ ਸੀ, ਮਗਰ ਮੇਰਾ ਵਿਰੋਧ, ਮੇਰੀ ਡਿਸਕੁਆਲੀਫਿਕੇਸ਼ਨ ਦਾ ਕਾਰਨ ਇਹ ਬਣਾ ਦਿੱਤਾ ਗਿਆ ਸਿੱਧੂ ਸਾਹਿਬ ਵੱਲੋਂ ਕਿ ਪੰਜਾਬ 'ਚ ਅੱਗ ਲੱਗ ਜੂ ਜੇ ਹਿੰਦੂ ਭਾਈਚਾਰੇ ਦਾ ਮੁੱਖ ਮੰਤਰੀ ਬਣਦਾ। ਕੀ ਪੰਜਾਬ ਦੀ ਇਹ ਸੋਚ ਹੈ? ਪੰਜਾਬ ਦਾ ਕੀ ਇਹ ਵਿਰਸਾ ਹੈ? ਪੰਜਾਬ ਉਹ ਧਰਤੀ ਹੈ ਜਿੱਥੇ ਸਰਬ ਸਾਂਝੀਵਾਲਤਾ, ਭਾਈਚਾਰਕ ਸਾਂਝ, ਜਿੱਥੇ ਅਰਦਾਸ ਕੀ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿੰਨੇ ਮੰਦਿਰ ਨੇ, ਜਿੰਨੇ ਗੁਰਦੁਆਰਾ ਸਾਹਿਬਾਨ ਨੇ, ਤੁਸੀਂ ਵੇਖੋਗੇ ਓਨੀਆਂ ਪੱਗਾਂ ਵਾਲੇ ਉੱਥੇ ਮੱਥਾ ਟੇਕਣ ਜਾਂਦੇ ਆ, ਓਨੇ ਹੀ ਹਿੰਦੂ ਭਾਈਚਾਰੇ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਜਾਂਦੇ। ਤੇ ਇਹ ਬੰਦਾ ਕਿਹੜੇ ਵੀ ਬੋਲ ਰਿਹਾ? ਜੇ ਚੰਨੀ ਸਾਹਿਬ ਬਣ ਗਏ ਤੇ ਚੰਨੀ ਦੀ ਰੱਜ ਕੇ ਬੇਇੱਜ਼ਤੀ। ਇਸ ਲਈ ਮੇਰੇ ਵੀਰੋ, ਇਹ ਬੜੇ ਹਾਲਾਤ ਬਣੇ ਆ that people, ਮੈਂ ਜਿਵੇਂ ਪਹਿਲਾਂ ਵੀ ਕਿਹਾ, this fight is for the development, ਇਸ ਹਲਕੇ ਦੇ ਵਿਕਾਸ ਵਾਸਤੇ, ਇਸ ਹਲਕੇ ਦੇ ਮਾਨ ਸਨਮਾਨ ਵਾਸਤੇ। ਮੈਂ ਬੜਾ ਸੌਖਾ ਜਿੱਤਦਾ ਸਮਝੀ, ਮੈਨੂੰ ਲੋੜ ਕੋਈ ਨਹੀਂ ਸੀ।
ਗੁਰੂ ਦੀ ਬਖਸ਼ਿਸ਼ ਨਾਲ ਮਜੀਠੇ ਵਾਲੇ ਮੇਰੇ ਤੇ ਇੰਨਾ ਮਾਣ ਕਰਦੇ ਆ, ਮੈਨੂੰ ਸੁੱਤੇ ਪਏ ਨੂੰ ਜਿਤਾਉਂਦੇ। ਮੈਂ ਹਲਕੇ 'ਚ ਵੋਟਾਂ ਮੰਗਣ ਜੇ ਵੱਧ ਫਿਰਨਾ ਨਾ, ਮੈਨੂੰ ਕਈ ਗੁੱਟੋਂ ਫੜ ਕੇ ਕਹਿੰਦੇ ਆ ਜਾ ਘਰ ਨੂੰ, ਸਾਨੂੰ ਵੀ ਸੌ ਲੈਣ ਦੇ, ਆਪ ਵੀ ਸੌ ਜਾ। ਇਹ ਹਾਲਾਤ ਸੀ ਉੱਥੇ। ਐਂਡ ਦਿਸ ਇਜ਼ ਫੈਕਟ ਆਫ ਦਾ ਮੈਟਰ। ਤੁਸੀਂ ਰਿਜ਼ਲਟ ਕੱਢ ਲਓ ਜਿੱਦਣ ਦਾ। ਮੈਂ ਆਪਦੇ ਹੰਕਾਰ ਨਾਲ ਨਹੀਂ ਕਹਿੰਦਾ, ਮੈਂ ਤਾਂ ਹਮੇਸ਼ਾ ਕਹਿੰਦਾ ਕਿ ਲੱਲੂ ਕਰੇ ਕਵੱਲੀ, ਰੱਬ ਸਿੱਧੀਆਂ ਪਾਵੇ। ਚਾਹੇ ਕੈਪਟਨ ਅਮਰਿੰਦਰ ਸਿੰਘ ਆਏ, ਹੀ ਵਨ ਬਾਈ 50,000 ਵੋਟਸ, lost by 23,000 votes from ਮਜੀਠਾ। ਜੇਟਲੀ ਸਾਹਿਬ ਆਏ, ਇੱਥੋਂ ਹਰੇ, ਉੱਥੋਂ ਜਿੱਤੇ। ਪੁਰੀ ਸਾਹਿਬ ਆਏ, ਇੱਥੋਂ ਹਰੇ, ਉੱਥੋਂ ਜਿੱਤੇ। ਔਜਲਾ ਸਾਹਿਬ ਆਏ, ਇੱਥੋਂ ਜਿੱਤੇ, ਉੱਥੋਂ ਹਰੇ। ਮੇਰੇ ਵੀਰੋ, ਇਹ ਹਾਲਾਤ ਉਦੋਂ ਪੈਦਾ ਹੁੰਦੇ ਆ ਜਦ ਤੁਸੀਂ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਸਮਰੱਥਾ ਰੱਖਦੇ ਹੋ, ਜਦ ਲੋਕਾਂ ਦਾ ਪਿਆਰ ਜਿੱਤਣ ਦੀ ਸਮਰੱਥਾ ਰੱਖਦੇ ਹੋ। ਔਰ ਸਿੱਧੂ ਸਾਹਿਬ ਦੀ ਗੱਡੀ 'ਚ ਤਾਂ ਇੱਕ ਇੱਕ ਕਰਕੇ ਬੰਦਾ ਉੱਡਦਾ ਜਾਂਦਾ, ਤੇ ਜਿਹੜਾ ਵਿੱਚ ਵੀ ਬੈਠੇ ਨਾ ਮੈਨੂੰ ਫੋਨ ਕਰ ਦਿੰਦਾ ਰਾਤ ਨੂੰ, ਮਜੀਠੀਆ ਸਾਹਿਬ ਫਲਾਣੀ ਥਾਂ ਗਏ ਸੀ, ਇਹ ਵੀ ਰੁੱਸਿਆ, ਉਹਨੂੰ ਵੀ ਕੋਲ ਵੀ ਜਾਂਦਾ ਰਹਿੰਦਾ। ਮਤਲਬ ਮੇਰੀ ਤੇ CID ਬਣੀ ਆ। 2-3 ਇਹ ਜਿਹੇ ਨੇ ਜਿਹੜੇ ਮੈਂ ਅੱਜ ਨਹੀਂ ਲਾਉਣੇ, 18 ਨੂੰ ਲਾ ਲੂੰਗਾ। ਉਹ ਹਾਈ ਮੇਰੇ ਸੱਜਣ ਛੱਡੇ ਸਿੱਧੂ ਨਾਲ ਨੇ, ਮੈਂ ਚੱਲ ਭਾ ਠੋਕੋ ਤਾਲੀ ਦਾ ਜੀ ਲਵਾਈ ਰੱਖੀ ਉਹਨਾਂ ਚਿਰ। ਇਸ ਲਈ ਇਹ ਮੈਂ ਸਭ ਨੂੰ ਬੇਨਤੀ ਕਰਦਾ, ਚਲੋ ਉਹਦੀ ਨਫ਼ਰਤ ਦੀ ਪੋਲਿਟਿਕਸ, ਉਹਦੀ ਹੰਕਾਰ ਘਮੰਡ ਦੀ ਪੋਲਿਟਿਕਸ ਨੂੰ ਅੱਜ ਬਦਲਣ ਦਾ ਸਮਾਂ ਆਇਆ, ਔਰ ਇੱਕ ਚੇਂਜ ਦਾ ਸਮਾਂ ਆਇਆ। ਆਫਟਰ 18 ਇਅਰਸ ਇਸ ਹਲਕੇ ਨੂੰ ਆਜ਼ਾਦੀ ਮਿਲਣ ਲੱਗੀ ਹੈ। ਐਂਡ ਸੀਜ਼ ਦ ਮੋਮੈਂਟ। ਮੈਂ ਵੀ ਆਪਦੀ ਫਰਜ਼ ਦੀ ਅਦਾਇਗੀ ਸਦਕੇ ਆਇਆ, ਕਾਲ ਆਫ ਡਿਊਟੀ ਕਰਕੇ ਆਇਆ। ਮੈਂ ਆਸ ਕਰਦਾ, ਉਮੀਦ ਕਰਦਾ ਕਿ ਜਿਵੇਂ ਕਪੂਰ ਸਾਹਿਬ ਦਾ ਪਰਿਵਾਰ, ਕੁੱਕੂ ਜੀ ਦਾ ਪਰਿਵਾਰ, ਹੋਰ ਸਾਥੀ ਸਾਹਿਬਾਨ, ਕਈ ਕਾਉਂਸਲਰ ਸਾਹਿਬਾਨ, ਔਰ ਮੈਂ ਅਗਲੀ ਗੱਲ ਜਿਹੜੀ ਦੱਸਣਾ ਚਾਹੁੰਦਾ, ਮੇਰੇ ਮੂਦਲ ਦੀ ਪੰਚਾਇਤ ਵੇਖੋ, ਬੰਦੇ ਦਾ ਘਰ ਘਮੰਡ ਵੇਖੋ, ਇੱਕੋ ਪੰਚਾਇਤ ਹੈ ਸਾਰੇ ਹਲਕੇ 'ਚ, ਉਹ ਸਾਡੇ ਨਾਲ ਆ ਗਈ। ਉੱਥੋਂ ਦੀ ਲੇਡੀ ਸਰਪੰਚ ਹੈ ਗੁਰਕੀਰਤ ਸਿੰਘ ਦੀ ਘਰ ਦੀ ਇਜ਼ਤ ਸਰਪੰਚ, ਉਸ ਪਿੰਡ 'ਚ ਗਿਆ। ਜਦ ਤੱਕ ਉਹਦੇ ਨਾਲ ਸੀ ਉਹ ਚੰਗੇ ਸੀ, ਜਿਸ ਦਿਨ ਮੇਰੇ ਨਾਲ ਆ ਗਏ ਉਹ ਮਾੜੇ ਹੋ ਗਏ। ਤੇ ਉੱਥੇ ਸ਼ਬਦ ਕੀ ਕਹਿੰਦਾ, ਇੱਕ ਤਾਂ ਬ੍ਰਾਹਮਣ ਭਾਈਚਾਰੇ ਲਈ ਵਰਤੇ, ਦੂਜੇ ਉਹ ਲੇਡੀ ਵਾਸਤੇ ਵਰਤੇ ਕਿ ਮੈਂ ਜਲੇਬੀ ਵਾਂਗੂ ਇਕੱਠਾ ਕਰ ਦੂੰ, ਦੁਆ ਕਰ ਸਰਪੰਚਾ ਕਿ ਮੈਂ ਦੁਬਾਰ ਤੋਂ ਜਿੱਤਾ ਨਾ, ਨਹੀਂ ਤਾਂ ਤੈਨੂੰ ਜਲੇਬੀ ਵਾਂਗੂ ਇਕੱਠਾ ਕਰ ਦਾਂਗਾ। ਕਿ ਇਹ ਸੋਚ, ਇਹ ਸ਼ਬਦਾਵਲੀ ਕਿਸੇ ਧੀ ਭੈਣ ਲਈ ਸ਼ੋਭਦੀ ਹੈ ਕਿਸੇ ਬੰਦੇ ਨੂੰ? ਸਿੱਧੂ ਸਾਹਿਬ ਤੁਹਾਡੇ ਲਈ ਤਾਂ ਇੱਕ ਨਹੀਂ, ਅਨੇਕਾਂ ਹੀ ਦੁਆ ਕਰਦੇ ਕਿ ਇਹ ਜਾਂ ਗੰਦ ਗਲੋਂ ਲੱਥੇ, ਜੇ ਹੰਕਾਰੀ ਗਲੋਂ ਲੱਥੇ। ਔਰ ਕੱਲਾ ਇਹ ਦੁਆ ਨਹੀਂ ਕਰਦੇ, ਮੈਨੂੰ ਲੱਗਦਾ ਤੁਸੀਂ ਤਾਂ ਕੀ ਉਹਨੂੰ ਜਲੇਬੀ ਵਾਂਗੂ ਇਕੱਠਾ ਕਰਨਾ। ਲੋਕਾਂ ਨੇ 20 ਤਰੀਕ ਨੂੰ ਵੋਟਾਂ ਪਾ ਤੁਹਾਨੂੰ ਜ਼ਰੂਰ ਜਲੇਬੀ ਵਾਂਗੂ ਇਕੱਠਾ ਕਰ ਦੇਣਾ, ਹਾਲਾਤ ਤੇ ਬਣਦੇ ਜਾਂਦੇ। ਸੋ ਆਏ ਥੈਂਕ ਆਲ ਆਫ ਯੂ, ਤੁਸੀਂ ਸਾਰੇ ਇੱਥੇ ਆਏ ਹੋ। ਔਰ ਮੈਂ ਇਹ ਵਿਸ਼ਵਾਸ ਦਿਵਾਉਣਾ ਕਿ ਜੋ ਇਸ ਹਲਕੇ ਦੀ ਡਿਵੈਲਪਮੈਂਟ, ਬਿਜਲੀ ਦੇ ਵਧੇ ਬਿੱਲ ਜੋ ਘਟਾਉਣ ਦੀ ਲੋੜ ਹੈ, ਸਾਡੇ ਵੇਲੇ 5 ਰੁਪਏ ਸੀ, ਅੱਜ 10 ਰੁਪਏ ਕਰਤੇ। ਬਿਜਲੀ 24 ਘੰਟੇ ਕੀਤੀ ਸੀ, ਇਹ ਸੋਚ ਨਾਲ ਕੀਤੀ ਸੀ ਕਿ ਪਾਵਰ ਸਰਪਲਸ ਸੂਬਾ ਬਣੂਗਾ, ਯੂ ਵਿਲ ਸਟਾਰਟ ਰਿਡਿਊਸਿੰਗ ਦ ਬਿਲਸ। ਮਗਰ ਇਹਨਾਂ ਨੇ ਬਿਜਲੀ ਬੋਰਡ ਤੋਂ ਇੱਕ ਮੁਨਾਫਾ ਬਣਾਉਣ ਵਾਲਾ ਧੰਦਾ ਇਹ ਬਣ ਗਿਆ। ਬਿਜਲੀ ਬੋਰਡ ਸਾਡੇ ਵੇਲੇ ਮੁਨਾਫਾ ਨਹੀਂ ਬਣਾਉਂਦੀ ਸੀ, ਲੋਕਾਂ ਨੂੰ ਸਹੂਲਤ ਦਿੰਦੀ ਸੀ। ਅੱਜ